ਗੁਰਮੁਖ ਬੂਝੀਐ ਜਾ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਨਾਨਕ ਕੁਲ ਉਧਾਰ ਹੈ ਆਪਣਾ ਦਰਗਹ ਪਾਵਹਿ ਮਾਣ। ਪੌੜੀ ਗੁਰਮੁਖ ਸਖਿਆ ਸਿੱਖ ਗੁਰੂ ਮਿਲਾਇਆ। ਇਕ ਸੇਵਕ ਗੁਰ ਪਾਸ ਇਕ ਗੁਰ ਕਾਰ ਲਾਇਆ। ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦਿਵਾਇਆ। ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਇਆ। ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सत्कारयोग गुरु की साजी और नवाजी हुई गुरु का खास रूप गुरु खालसा साध संगत जियो धनता दे पात्र हो। गरीबनवाज सतगुरु जगत गुरु श्री गुरु ग्रंथ साहिब जी महाराज जी दी पाक पवित्र पावन हजूरी अंदर हाजरियां भर के अमृत वेले तो गुरु चरना च जुड़ के सतगुरां दी रब्बी बाणी दे शब्द कीर्तन सतगुरां दे दरबार दे हजूरी कीर्तनीय ਸਿੰਘਾਂ पासों आप जी ने बहुत ही अदब सत्कार सहित सरवण कीते हन। सोरठ दी वार चों अज दा पावन श्री मुखवाक सतगुरु जी ने सानू बख्शिश कीता है। आओ कुछ समय लिए मन और बिरतियां एकाग्र करिए। तीसरे पातशाह और चौथे पातशाह ने बख्शिश की है। सलोक तीसरे पातशाह का उच्चारण किया होया ते पौड़ी चौथे पातशाह धन गुरु रामदास साहब जी ने उच्चारण की है। गरीबनवाज दयानिध तीसरे गुरुदेव जी ने सेवा करने का प्रकार दस्या कि सेवा करने का तरीका की है, जुगत की है। कहावत है कि जुगती बिना मुक्ति नहीं हुंदी। इसे तरह सेवा की जुगत की है कि सेवा करने की विधि की है, तरीका की है, वो सतगुरु गुरु अमरदास साहब जी दस रहे हैं। गुरु नानक साहब दे घर विच सेवा सब तो वड्डी तपस्या है। गुरु पातशाह की सेवा करनी, गुरु के सिखां की सेवा करनी। सेव करी नहीं की भावत और की सेव सुहात न जी को। कलगीधर स्वामी श्री गुरु गोबिंद सिंह साहब जी कहते कि मेरे खालसे पंथ की कीती हुई सेवा मैनू भाउंदी है। पंथ की सेवा, खालसे की सेवा, गुरु पातशाह की सेवा, इहदा प्रकार की है, करनी किवें है, गुरु अमरदास तीसरे पातशाह ने अज दे इस पावन सलोक विच दस्सिया। आओ मन बिरतियां एकाग्र करिए। गुरु पातशाह दे पवित्र चरनां विच अपणियां सुरतियां बिरतियां नूं जोड़दिआं
ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹਸਤੇ ਸਿਰਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ। ਪਾਤਸ਼ਾਹ ਨੇ ਦੋ ਉਦਾਹਰਣਾਂ ਦਿੱਤੀਆਂ ਹਨ। ਪਹਿਲੀ ਉਦਾਹਰਣ ਦਿੰਦੇ ਨੇ ਹਾਥੀ ਦੀ। ਹਸਤੀ, ਹਸਤੀ ਦਾ ਮਤਲਬ ਹੁੰਦਾ ਹਾਥੀ। ਵੈਸੇ ਆਮ ਕਰਕੇ ਹਸਤੀ ਸ਼ਬਦ ਆਪਾਂ ਕਿਸੇ ਪ੍ਰਤਿਸ਼ਠਿਤ ਵਿਅਕਤੀ ਵਾਸਤੇ ਵੀ ਵਰਤ ਲੈਂਦੇ ਆ ਵੀ ਇਹ ਇੱਕ ਬੜੀ ਵੱਡੀ ਹਸਤੀ ਹੈ। ਉਹ ਵੀ ਇੱਕ ਅਰਥ ਹੁੰਦਾ। ਇੱਕ ਆਮ ਕਰਕੇ ਆਪਾਂ ਸ਼ਬਦ ਵਰਤਦੇ ਆ ਹਸਤੀ। ਹਸਤੀ ਦਾ ਮਤਲਬ ਹੱਸਦੀ ਹੋਈ। ਹਸਤੀ ਧਾਰੈ ਗਰਭ ਕੋ। ਗੁਰਬਾਣੀ ਚ ਉੱਥੇ ਜਿਹੜਾ ਹਸਤੀ ਸ਼ਬਦ ਆਇਆ ਵੀ ਹੱਸਦੀ ਹੋਈ, ਖਿੜੀ ਹੋਈ, ਇੱਥੇ ਹਸਤੀ ਦਾ ਅਰਥ ਹੈ ਹਾਥੀ। ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਕਰਨ ਮੁਤਾਬਕ ਉਹਨਾਂ ਦੇ ਅਰਥ ਬਣਦੇ ਨੇ। ਜੋ ਪ੍ਰਕਰਨ ਚੱਲ ਰਿਹਾ ਉਹਦੇ ਮੁਤਾਬਕ ਅਰਥ ਨੇ। ਇੱਕ ਸ਼ਬਦ ਦੇ ਬਹੁਤ ਅਰਥ ਹੁੰਦੇ। ਹੁਣ ਤਾਤ ਸ਼ਬਦ ਹੈ, ਤਾਤ ਪਿਓ ਨੂੰ ਵੀ ਕਹਿੰਦੇ ਨੇ, ਤਾਤ ਪੁੱਤਰ ਨੂੰ ਵੀ ਕਹਿੰਦੇ ਨੇ। ਹੁਣ ਜਿੱਥੇ ਪਿਤਾ ਦੀ ਗੱਲ ਆ ਰਹੀ ਹੈ ਉੱਥੇ ਤਾਤ ਪਿਤਾ ਦਾ ਵਾਚਕ ਹੋ ਜਾਏਗਾ, ਜਿੱਥੇ ਪੁੱਤਰ ਦੀ ਗੱਲ ਆ ਰਹੀ ਹੈ ਉੱਥੇ ਤਾਤ ਪੁੱਤਰ ਦਾ ਵਾਚਕ ਹੋ ਜਾਏਗਾ। ਸ਼ਬਦ ਇੱਕੋ ਹੀ ਹੈ, ਤਾਤ। ਹਸਤੀ ਦਾ ਮਤਲਬ ਹੁੰਦਾ ਹਾਥੀ। ਕਹਿੰਦੇ ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਅੰਕੁਸ਼, ਅੰਕੁਸ਼ ਕਹਿੰਦੇ ਨੇ ਕੁੰਡੇ ਨੂੰ, ਉਹਨੇ ਆਪਣਾ ਸਿਰ ਉਸ ਕੁੰਡੇ ਦੇ ਥੱਲੇ ਦਿੱਤਾ ਹੋਇਆ। ਹਾਲਾਂਕਿ ਹਾਥੀ ਤੋਂ ਬਲੀ ਨਹੀਂ ਹੁੰਦਾ ਕੁੰਡਾ ਮਾਰਨ ਵਾਲਾ ਮਾਵਤ, ਪਰ ਉਹ ਹਾਥੀ ਦਾ ਸਮਰਪਣ ਭਾਵ ਹੈ ਕਿ ਉਹਨੇ ਇੱਕ ਲੋਹੇ ਦੇ ਛੋਟੇ ਜਿਹੇ ਭਾਲੇ ਅੱਗੇ ਆਪਣਾ ਸਿਰ ਦੇ ਦਿੱਤਾ। ਹਾਲਾਂਕਿ ਉਹ ਭਾਲਾ ਤੇ ਹਾਥੀ ਦਾ ਬਲ ਵੇਖੀਏ ਤਾਂ ਉਹ ਭਾਲਾ ਕੁਝ ਵੀ ਨਹੀਂ ਉਸ ਹਾਥੀ ਦੇ ਸਾਹਮਣੇ, ਪਰ ਉਸ ਹਾਥੀ ਨੂੰ ਸਮਰਪਣ ਭਾਵ ਸਿਖਾਇਆ ਗਿਆ। ਸ਼ਿਕਾਰੀਆਂ ਨੇ, ਮਹਾਵਤਾਂ ਨੇ ਉਸ ਹਾਥੀ ਨੂੰ ਆਪਣੀ ਬੋਲੀ ਸਿਖਾਈ, ਉਹਨੂੰ ਸਮਰਪਣ ਭਾਵ ਸਿਖਾਇਆ ਕਿ ਤੂੰ ਇਸ ਕੁੰਡੇ ਦੇ ਥੱਲੇ ਆਪਣਾ ਸਿਰ ਦੇ ਕੇ ਰੱਖਣਾ ਹੈ। ਇਸ ਕੁੰਡੇ ਨਾਲ ਤੈਨੂੰ ਜਿਵੇਂ ਪ੍ਰੇਰਿਆ ਜਾਏਗਾ ਤੂੰ ਤਿਵੇਂ ਕਰਨਾ। ਜੇ ਬੈਠਣ ਨੂੰ ਕਹਿਣਾ ਤਾਂ ਬੈਠਣਾ, ਜੇ ਚੱਲਣ ਨੂੰ ਕਹਿਣਾ ਤਾਂ ਚੱਲਣਾ, ਜੇ ਸੱਜੇ ਮੁੜਨ ਨੂੰ ਕਹਿਣਾ ਇਸ ਕੁੰਡੇ ਦੁਆਰਾ ਸੱਜੇ ਮੁੜਨਾ, ਖੱਬੇ ਮੁੜਨ ਨੂੰ ਕਹਿਣ ਤਾਂ ਖੱਬੇ ਮੁੜਨਾ। ਉਹ ਕੁੰਡੇ ਦੀ ਟ੍ਰੇਨਿੰਗ ਦੇ ਨਾਲ ਨਾਲ ਹਾਥੀ ਚੱਲਦਾ। ਉਹਨੇ ਆਪਣਾ ਸਿਰ ਉਹਦੇ ਥੱਲੇ ਅਰਪਣ ਕੀਤਾ ਹੋਇਆ। ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ, ਹਾਥੀ ਨੇ ਆਪਣਾ ਸਿਰ ਕੁੰਡੇ ਥੱਲੇ ਦੇ ਦਿੱਤਾ ਹੈ। ਅਹਰਣ ਜਿਉਂ ਸਿਰ ਦੇ, ਅਹਰਣ ਕਹਿੰਦੇ ਨੇ ਲੋਹੇ ਦੇ ਉਸ ਵੱਡੇ ਟੁਕੜੇ ਨੂੰ ਜਿਹੜਾ ਕਿਸੇ ਲੁਹਾਰ ਦੀ ਦੁਕਾਨ ਤੇ ਪਿਆ, ਉਹਦੇ ਤੇ ਹਥੌੜਾ ਮਾਰ ਕੇ ਉਹ ਕਈ ਤਰ੍ਹਾਂ ਦੇ ਲੋਹੇ ਦੇ ਭਾਂਡੇ ਕੁੱਟਦਾ। ਉਸ ਅਹਰਣ ਨੇ ਆਪਣਾ ਸਿਰ ਹਥੌੜੇ ਥੱਲੇ ਦਿੱਤਾ ਹੋਇਆ। ਸੈਂਕੜੇ ਹਥੌੜੇ ਉਸ ਅਹਰਣ ਦੇ ਉੱਤੇ ਰਾਤ ਦਿਨ ਵੱਜਦੇ ਨੇ। ਉਸ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੁੰਦੀ, ਆਪਣਾ ਸਿਰ ਉਸ ਹਥੌੜੇ ਤੋਂ ਸੱਜੇ ਖੱਬੇ ਨਹੀਂ ਕਰਦੀ, ਉੱਥੇ ਟਿਕੀ ਰਹਿੰਦੀ। ਕਹਿੰਦੇ ਜਿਵੇਂ ਅਹਰਣ ਨੇ, ਲੋਹੇ ਦੀ ਉਸ ਅਹਰਣ ਨੇ ਆਪਣਾ ਸਿਰ ਹਥੌੜੇ ਥੱਲੇ ਦਿੱਤਾ ਹੋਇਆ ਹੈ। ਮਾਨ ਤਨ ਆਗੈ ਰਾਖ ਕੈ, ਉਹ ਭੇ ਸੇਵ ਕਰੇ। ਜਿਵੇਂ ਹਾਥੀ ਨੇ ਕੁੰਡੇ ਥੱਲੇ ਸਿਰ ਦਿੱਤਾ ਹੋਇਆ, ਜਿਵੇਂ ਅਹਰਣ ਨੇ ਹਥੌੜੇ ਥੱਲੇ ਆਪਣਾ ਸਿਰ ਦਿੱਤਾ ਹੋਇਆ। ਐ ਗੁਰੂ ਕਿਆ ਸਿੱਖਾ,
ਤੈ ਆਪਣਾ ਮਨ ਤੇ ਤਨ ਗੁਰੂ ਅੱਗੇ ਭੇਟ ਕਰਕੇ ਅਰਪਣ ਕਰਕੇ ਉਭੀ ਸੇਵ ਕਰੇ। ਉਭੀ ਦਾ ਮਤਲਬ ਹੁੰਦਾ ਖਲੋ ਕੇ ਸਾਵਧਾਨ ਹੋ ਕੇ ਗੁਰੂ ਦੀ ਸੇਵਾ ਕਰ। ਪਰ ਸੇਵਾ ਕਰਨ ਤੋਂ ਪਹਿਲਾਂ ਤਨ ਤੇ ਮਨ ਗੁਰੂ ਅੱਗੇ ਅਰਪਣ ਕਰ, ਸਮਰਪਣ ਕਰ। ਸਮਰਪਣ ਭਾਵ ਪਹਿਲਾ ਸਮਰਪਣ ਹੋਣਾ ਚਾਹੀਦਾ, ਕਿਉਂਕਿ ਜੇ ਸਮਰਪਣ ਨਹੀਂ ਹੋਵੇਗਾ ਸੇਵਾ ਕਰਾਂਗੇ ਤਾਂ ਹੰਕਾਰ ਆ ਜਾਏਗਾ। ਜੇ ਸਮਰਪਣ ਨਾ ਹੋਵੇਗਾ ਤੇ ਸੇਵਾ ਕਰਾਂਗੇ ਆਮ ਕਰਕੇ। ਸਮਰਪਣ ਤੋਂ ਬਿਨਾਂ ਅਸੀਂ ਸੇਵਾਵਾਂ ਨਿਭਾਉਂਦੇ ਆ, ਪਰ ਉਹ ਸੇਵਾ ਕਰਨ ਤੋਂ ਬਾਅਦ ਸਾਡੇ ਅੰਦਰ ਹੰਕਾਰ ਆਉਂਦਾ, ਮੈਂ ਇਹ ਸੇਵਾ ਕੀਤੀ ਹੈ, ਮੈਂ ਆਹ ਕੀਤੀ ਹੈ, ਮੈਂ ਆਹ ਕੀਤੀ। ਜਦੋਂ ਸਮਰਪਣ ਭਾਵ ਨਾਲ ਕੋਈ ਸੇਵਾ ਹੁੰਦੀ ਆ ਉੱਥੇ ਹੰਕਾਰ ਨਹੀਂ ਆਉਂਦਾ, ਉੱਥੇ ਆਪਣਾ ਆਪਾ ਜਣਾਇਆ ਹੀ ਨਹੀਂ ਜਾਂਦਾ। ਐਸੇ ਐਸੇ ਗੁਰਮੁਖ ਵੀ ਸਤਿਗੁਰਾਂ ਦੇ ਦਰਾਂ ਘਰਾਂ ਵਿੱਚ ਸੇਵਾਵਾਂ ਨਿਭਾਉਂਦੇ ਕਿ ਜਿਨ੍ਹਾਂ ਨੇ ਕਦੇ ਆਪਣਾ ਆਪਾ ਜਣਾਇਆ ਹੀ ਨਹੀਂ, ਜੋ ਸਨਮੁਖ ਆਏ ਹੀ ਨਹੀਂ। ਜੇ ਕੋਈ ਗੁਰੂ ਪਾਤਸ਼ਾਹ ਦੇ ਖਜ਼ਾਨਿਆਂ ਵਿੱਚ ਦਾਨ ਵੀ ਕਰ ਜਾਣ ਤਾਂ ਇਤਨਾ ਛੁਪਾ ਕੇ ਕਰ ਜਾਂਦੇ ਕਿ ਆਪਣੇ ਆਪ ਨੂੰ ਪ੍ਰਗਟ ਹੀ ਨਹੀਂ ਹੋਣ ਦਿੰਦੇ, ਕਿਉਂਕਿ ਉਹਨਾਂ ਨੇ ਆਪਣਾ ਆਪ ਸਮਰਪਣ ਕਰ ਦਿੱਤਾ। ਜਿਨ੍ਹਾਂ ਨੇ ਸਮਰਪਣ ਨਹੀਂ ਕੀਤਾ ਆਪਣਾ ਆਪ, ਉਹ ਥਾਂ ਥਾਂ ਤੇ ਦੱਸਦੇ ਫਿਰਦੇ ਨੇ, ਫਲਾਣੇ ਗੁਰਦੁਆਰੇ ਜਾਈ, ਉੱਥੇ ਜਿਹੜੀ ਉਹ ਚੀਜ਼ ਲੱਗੀ ਹੋਏਗੀ ਨਾ ਵਾਟਰ ਕੂਲਰ, ਉਹ ਮੈਂ ਲਵਾਇਆ। ਥਾਂ ਥਾਂ ਤੇ ਦੱਸਦੇ ਫਿਰਨਗੇ, ਕਿਉਂਕਿ ਸਮਰਪਣ ਨਹੀਂ। ਜਿਨ੍ਹਾਂ ਅੰਦਰ ਸਮਰਪਣ ਭਾਵ ਹੈ ਉਹ ਕਹਿੰਦੇ ਗੁਰੂ ਦੇ ਦਿੱਤੇ ਚੋਂ ਗੁਰੂ ਦੇ ਚਰਨਾਂ 'ਚ ਭੇਟ ਕੀਤਾ ਤੇ ਫਿਰ ਕੀ ਦਿੱਤਾ। ਸੰਤ ਸੰਗਤ ਸਿੰਘ ਜੀ ਹੋਏ ਆਪਣੇ ਪਟਿਆਲੇ, ਕਮਾਲੀ ਵਾਲੇ ਮਹਾਂਪੁਰਸ਼ ਉਹਨਾਂ ਨੂੰ ਕਿਹਾ ਕਰਦੇ ਸਨ। ਉਹ ਕਹਿੰਦੇ ਸਨ, ਉਹ ਕਹਿੰਦੇ ਗੁਰੂ ਦੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ। ਗੁਰੂ ਦੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ, ਫਿਰ ਕਾਹਦਾ ਮਾਣ, ਕਾਹਦਾ ਹੰਕਾਰ। ਜੇ ਦਾਤਾ ਹੈ ਹੀ ਸਤਿਗੁਰੂ, ਸਮਰਪਣ ਭਾਵ ਹੋਵੇ, ਤਨ ਤੇ ਮਨ ਗੁਰੂ ਅੱਗੇ ਰੱਖ ਕੇ ਭੇਟਾ ਕਰਕੇ ਫਿਰ ਉਭੀ ਸੇਵ ਕਰੇ ਦਾ ਮਤਲਬ ਹੁੰਦਾ ਖੁੱਭ ਕੇ, ਸਾਵਧਾਨ ਹੋ ਕੇ। ਕਿਉਂਕਿ ਸੇਵਾ ਦੇ ਵਿੱਚ ਸਾਵਧਾਨੀ ਵੀ ਚਾਹੀਦੀ ਹੈ ਵੀ ਕਿਹੜੀ ਸੇਵਾ ਦੀ ਜ਼ਰੂਰਤ ਹੈ। ਮੈਂ ਤਾਂ ਅਕਸਰ ਸੰਗਤ ਵਿੱਚ ਬੇਨਤੀ ਕਰਦਾ ਹੁੰਨਾ, ਤੁਸੀਂ ਜਿਸ ਵੀ ਗੁਰੂ ਘਰ ਵਿੱਚ ਕੋਈ ਵੀ ਸੇਵਾ ਕਰਨੀ ਹੋਵੇ, ਕਈ ਵਾਰ ਅਸੀਂ ਜਿਹੜੀ ਵਸਤ ਦੀ ਜ਼ਰੂਰਤ ਨਹੀਂ ਹੁੰਦੀ ਉਹੀ ਲਿਆ ਕੇ ਦੇ ਦਿੰਦੇ ਹਾਂ। ਗੁਰੂ ਘਰ ਦੇ ਸੇਵਕਾਂ ਕੋਲੋਂ, ਪ੍ਰਬੰਧਕਾਂ ਕੋਲੋਂ ਪੁੱਛ ਲੈਣਾ ਚਾਹੀਦਾ ਹੈ ਕਿ ਕੋਈ ਸੇਵਾ ਗੁਰੂ ਘਰ ਵਿੱਚ ਕਿਸੇ ਵਸਤ ਦੀ, ਕਿਸੇ ਐਸੀ ਪਦਾਰਥ ਦੀ ਲੋੜ ਹੋਵੇ ਤਾਂ ਦੱਸੋ, ਤਾਂ ਉਹ ਸੇਵਾ ਨਿਭਾਈ ਜਾਵੇ ਤੇ ਅਤੀ ਭਲਾ ਹੈ। ਅਸੀਂ ਆਖਿਆ ਫਲਾਣੇ ਨੇ ਆਹ ਕੀਤਾ ਤੇ ਅਸੀਂ ਵੀ ਇਹੀ ਕਰੀਏ, ਅਮਕੇ ਨੇ ਆਹ ਸੇਵਾ ਕੀਤੀ ਤੇ ਅਸੀਂ ਵੀ ਇਹੀ ਨਿਭਾਈਏ। ਵੇਖਾ ਵੇਖੀ ਸੇਵਾ ਨਹੀਂ ਹੁੰਦੀ, ਸੇਵਾ ਸਾਵਧਾਨੀ ਨਾਲ। ਕਿਤੇ ਗੁਰੂ ਕੇ ਲੰਗਰਾਂ ਵਿੱਚ ਰਸਤ-ਬਸਤ ਦੀ ਲੋੜ ਹੈ, ਕਿਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ, ਉੱਥੇ ਕੋਈ ਰਸਤ-ਬਸਤ ਦੀ ਲੋੜ ਹੈ, ਉੱਥੇ ਸੇਵਾ ਹੋ ਜਾਏ। ਮਹਾਰਾਜ ਜੀ ਦੇ ਸੁਖਾਸਣਾਂ ਵਾਸਤੇ ਰੁਮਾਲਿਆਂ ਦੀ ਕਿਤੇ ਜ਼ਰੂਰਤ ਹੈ ਤਾਂ ਉੱਥੇ ਸੇਵਾ ਹੋ ਜਾਏ। ਬਾਹਰਲੇ ਰੁਮਾਲੇ ਤਾਂ ਅਕਸਰ ਸੰਗਤ ਭੇਟ ਕਰਦੀ ਹੈ, ਸੁਖਾਸਣ ਵਾਲੇ ਰੁਮਾਲੇ ਉਹ ਬਹੁਤ ਘੱਟ ਗੁਰਮੁਖ ਪਿਆਰੇ ਲਿਆ ਕੇ ਹਾਜ਼ਰ ਕਰਦੇ। ਤੋ ਸਾਵਧਾਨੀ ਨਾਲ ਸੇਵਾ। ਫਿਰ ਜਿੱਥੇ ਲੋੜ ਹੈ, ਕਿਸੇ ਸੰਸਥਾ ਨੂੰ ਤੁਸੀਂ ਸੇਵਾ ਦੇ ਰਹੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਸੰਸਥਾ ਕੀ ਕਰ ਰਹੀ ਹੈ। ਅੱਜ ਦਾਨ ਦੇ ਨਾਂ ਦੇ ਉੱਤੇ ਬੜਾ ਵਪਾਰ ਵੀ ਚੱਲ ਰਿਹਾ ਹੈ। ਪੇਟ ਆਪਣੇ ਭਰਨ ਵਾਸਤੇ ਅਨੇਕਾਂ ਪ੍ਰਕਾਰ ਦੇ ਤਰੀਕਿਆਂ ਨਾਲ ਲੋਕਾਂ ਕੋਲੋਂ ਦਾਨ ਉਗਰਾਇਆ ਜਾਂਦਾ ਹੈ, ਪਰ ਤੁਹਾਡਾ ਦਿੱਤਾ ਹੋਇਆ ਦਾਨ ਕਿਤੇ ਸਾਰਥਕ ਜਗ੍ਹਾ ਤੇ ਲੱਗ ਰਿਹਾ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ।
ਸਾਵਧਾਨੀ ਨਾਲ ਸੇਵਾ। ਉਭੀ ਦਾ ਮਤਲਬ ਹੁੰਦਾ ਸਾਵਧਾਨ ਹੋ ਕੇ। ਗੁਰੂ ਪੀਰਾਂ ਦੀ ਚਾਕਰੀ ਕਰਨੀ ਹੈ, ਸਤਿਗੁਰਾਂ ਦੀ ਸੇਵਾ ਕਰਨੀ ਭਾਈ, ਸਾਵਧਾਨੀ ਨਾਲ ਹੋਣੀ ਚਾਹੀਦੀ ਹੈ, ਬੇਧਿਆਨੀ ਨਾਲ ਨਹੀਂ। ਤੋ ਪਾਤਸ਼ਾਹ ਕਹਿੰਦੇ ਉਭੀ ਖੁੱਭ ਕੇ ਸਾਵਧਾਨ ਹੋ ਕੇ ਆਪਣੇ ਮਾਲਕ ਦੀ ਸੇਵਾ ਕਰੋ। ਗੁਰਮੁਖ ਆਪ ਨਿਵਾਰਿਆ, ਸਭ ਰਾਜ ਸ੍ਰਿਸ਼ਟ ਕਾਲੇ। ਇਉਂ ਗੁਰੂ ਦੇ ਮੁਖ ਦੁਆਰਾ ਆਪਣੇ ਆਪੇ ਨੂੰ ਨਿਵਾਰੋ। ਗੁਰੂ ਦੇ ਮੁਖ ਦੁਆਰਾ ਆਪਣੇ ਆਪੇ ਨੂੰ ਜਿਨ੍ਹਾਂ ਗੁਰਮੁਖਾਂ ਨੇ ਨਿਵਾਰ ਦਿੱਤਾ, ਆਪਣੀ ਹਸਤੀ ਨੂੰ, ਆਪਣੀ ਵਜੂਦ ਨੂੰ ਮਿਟਾ ਦਿੱਤਾ, ਮਹਾਰਾਜ ਜੀ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ। ਸਭ ਰਾਜ ਸ੍ਰਿਸ਼ਟ ਕਾਲੇ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਿਆ, ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਿਆ। ਉਹ ਕਿਵੇਂ ਰਾਜਾ ਹੋ ਗਿਆ? ਕਿਉਂਕਿ ਉਹ ਕਿਸੇ ਚੀਜ਼ ਦਾ ਗੁਲਾਮ ਨਹੀਂ ਰਿਹਾ, ਕਿਸੇ ਵਸਤੂ ਦਾ ਗੁਲਾਮ ਨਹੀਂ ਰਿਹਾ। ਜੋ ਮਿਲ ਗਿਆ ਉਹ ਛਕ ਲਿਆ, ਜੋ ਮਿਲ ਗਿਆ ਉਹ ਪਹਿਨ ਲਿਆ। ਖਵਾਹਿਸ਼ ਹੈ ਹੀ ਨਹੀਂ, ਇੱਛਾ ਹੈ ਹੀ ਨਹੀਂ, ਤੇ ਫਿਰ ਉਹ ਰਾਜਾ ਹੀ ਹੋਵੇਗਾ। ਜਿਹਦੇ ਅੰਦਰ ਜਿਤਨੀਆਂ ਖਵਾਹਿਸ਼ਾਂ ਹੋਣਗੀਆਂ ਉਤਨਾ ਹੀ ਗੁਲਾਮ ਹੋਵੇਗਾ। ਕਿਸੇ ਨੇ ਆਖਿਆ ਜੀ ਸਾਡੇ ਘਰ 'ਚ ਨੌਕਰ ਸੀ, ਸੇਠ ਹੈ, ਉਹ ਰੋਟੀ ਪਕਾਉਂਦਾ, ਉਹੀ ਸਾਰੇ ਕੰਮ ਕਰਦਾ। ਉਹ ਨੌਕਰ ਅਚਾਨਕ ਜਵਾਬ ਦੇ ਕੇ ਜਾ ਰਿਹਾ ਹੈ, ਸਾਨੂੰ ਟੈਨਸ਼ਨ ਪਈ ਹੋਈ ਹੈ, ਚਿੰਤਾ ਪਈ ਹੋਈ ਹੈ, ਕਿੱਥੋਂ ਹੁਣ ਦੂਜਾ ਨੌਕਰ ਲਿਆਈਏ। ਸੁਣਨ ਵਾਲੇ ਨੇ ਸੋਚਿਆ ਵੀ ਜਿਸ ਨੂੰ ਨੌਕਰ ਕਹਿ ਰਿਹਾ ਉਹ ਇਹਦਾ ਨੌਕਰ ਹੈ ਜਾਂ ਇਹ ਉਹਦਾ ਆਦੀ ਹੋਇਆ, ਉਹਦਾ ਨੌਕਰ ਹੋਇਆ ਵੀ ਉਹਦੇ ਬਿਨਾਂ ਸਰਦਾ ਨਹੀਂ। ਇਹਦਾ ਮਤਲਬ ਇਹਦੇ ਨੌਕਰ ਦੀ ਇਹਦੇ ਨਾਲੋਂ ਜ਼ਿਆਦਾ ਅਹਿਮੀਅਤ ਹੋ ਗਈ। ਬਹੁਤ ਕੁਝ ਐਸਾ ਹੈ ਜੋ ਸਾਡੇ ਸਮਾਜ ਵਿੱਚ ਸਾਡੇ ਨਾਲ ਵਰਤਦਾ, ਅਸੀਂ ਉਹਦੇ ਆਦੀ ਬਣੇ ਹੋਏ ਆ, ਗੁਲਾਮ ਹੋ ਗਏ ਆ। ਇੱਕ ਮਹਾਤਮਾ ਕਿਸੇ ਵਸ ਦਾ ਆਦੀ ਨਹੀਂ ਹੁੰਦਾ, ਉਹ ਸੁਤੰਤਰ ਹੁੰਦਾ। ਕਿਸੇ ਵਸ ਦਾ ਆਦੀ ਨਹੀਂ। ਜੋ ਮਿਲ ਗਿਆ ਉਹ ਛਕ ਲਿਆ, ਜੋ ਪਹਿਨਣ ਨੂੰ ਮਿਲਿਆ, ਜਿੱਥੇ ਵਿਵਸਥਾ ਹੋਈ ਲੇਟਣ ਦੀ ਉੱਥੇ ਲੇਟ ਗਿਆ। ਕੋਈ ਇੱਛਾ ਹੈ ਹੀ ਨਹੀਂ, ਕੋਈ ਖਵਾਹਿਸ਼ ਹੈ ਹੀ ਨਹੀਂ, ਤੇ ਫਿਰ ਉਹ ਰਾਜਾ ਹੀ ਹੋਵੇਗਾ ਨਾ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇੱਕ ਮਹਾਂਪੁਰਸ਼ ਦੀ ਜੀਵਨੀ ਲਿਖੀ। ਉਸ ਮਹਾਤਮਾ ਦਾ ਨਾਮ ਹੈ ਸਵਾਮੀ ਰਾਮ ਤੀਰਥ। ਸਵਾਮੀ ਰਾਮ ਤੀਰਥ ਜੀ ਇੱਕ ਵਾਰੀ ਜਾਪਾਨ 'ਚ ਜਹਾਜ਼ 'ਚ ਬੈਠੇ। ਉਸੇ ਜਹਾਜ਼ ਵਿੱਚ ਜਾਪਾਨ ਦਾ ਬਾਦਸ਼ਾਹ ਵੀ ਆ ਕੇ ਬੈਠਾ। ਪਤਾ ਲੱਗਾ ਵੀ ਬਾਦਸ਼ਾਹ ਆਇਆ ਹੋਇਆ ਇਸੇ ਜਹਾਜ਼ ਵਿੱਚ। ਸਵਾਮੀ ਰਾਮ ਜੀ ਉਸ ਜਹਾਜ਼ ਤੋਂ ਥੱਲੇ ਉਤਰ ਗਏ। ਨਾਲਦਿਆਂ ਨੇ ਪੁੱਛਿਆ, ਸਵਾਮੀ ਜੀ ਇਹ ਕੀ ਗੱਲ? ਕਹਿਣ ਲੱਗੇ ਇੱਕ ਜਹਾਜ਼ ਤੇ ਦੋ ਬਾਦਸ਼ਾਹ ਨਹੀਂ ਜਾ ਸਕਦੇ। ਕਹਿੰਦੇ ਉਹ ਬਾਦਸ਼ਾਹ ਤਾਂ ਹੈ, ਉਹ ਤਾਂ ਦੇਸ਼ ਦਾ ਬਾਦਸ਼ਾਹ ਹੈ, ਤੁਸੀਂ ਕਿਵੇਂ ਬਾਦਸ਼ਾਹ ਹੋ? ਕਹਿੰਦੇ ਮੈਂ ਆਪਣੇ ਆਪੇ ਦਾ ਬਾਦਸ਼ਾਹ, ਸੁਤੰਤਰ। ਉਹਨੂੰ ਤਾਂ ਫਿਰ ਕੋਈ ਨਾ ਕੋਈ ਖਵਾਹਿਸ਼ ਹੋਏਗੀ, ਮੇਰੇ ਵਜ਼ੀਰ ਆ ਕਰ ਦੇਣ, ਮੇਰੇ ਸਿਪਾਹੀ ਆ ਕੁਝ ਕਰ ਦੇਣ। ਉਹ ਫਿਰ ਵੀ ਕਿਸੇ ਨਾ ਕਿਸੇ ਦੇ ਅਧੀਨ ਹੈ, ਪ੍ਰਤੰਤਰ ਹੈ, ਆਪਣੇ ਰਾਜ ਦੇ ਅਧੀਨ ਹੈ। ਮੈਂ ਤਾਂ ਆਪਣੇ ਰਾਜ ਦਾ ਖੁਦ ਰਾਜਾ ਹਾਂ, ਖੁਦ ਬਾਦਸ਼ਾਹ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਨ੍ਹਾਂ ਨੇ ਆਪਣਾ ਆਪਾ ਨਿਵਾਰ ਦਿੱਤਾ ਉਹ ਰਾਜੇ ਹੋ ਗਏ। ਉਹ ਕਿਸੇ ਵਿਕਾਰ ਦੇ ਗੁਲਾਮ ਨਹੀਂ ਰਹੇ, ਨਾ ਉਹਨਾਂ ਤੇ ਕਾਮ ਹਾਵੀ ਹੋ ਕੇ ਉਹਨਾਂ ਨੂੰ ਆਪਣੇ ਅਧੀਨ ਕਰਦਾ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਫਿਰ ਉਹ ਰਾਜੇ ਹੀ ਹੋਏ ਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਸਭ ਰਾਜ ਸ੍ਰਿਸ਼ਟ ਕਾਲੇ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਿਆ। ਨਾਨਕ ਗੁਰਮੁਖ ਬੁਝਿਆ,
ਜਾ ਆਪੇ ਨਦਰ ਕਰੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਆਪਣੇ ਨਿਜ ਆਪੇ ਨੂੰ ਬੁੱਝ ਲੈਂਦੇ ਹਨ। ਉਹੀ ਬੁੱਝਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਜੀ ਆਪਣੀ ਨਜ਼ਰ ਕਰਦੇ ਹਨ, ਅਕਾਲ ਪੁਰਖ ਜੀ ਆਪਣੀ ਦਇਆ ਦ੍ਰਿਸ਼ਟੀ ਕਰਦੇ ਹਨ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ। ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਦਾ ਇਸ ਸੰਸਾਰ ਵਿੱਚ ਆਇਆ ਹੋਇਆ ਪ੍ਰਵਾਨ ਹੋ ਗਿਆ, ਉਹਨਾਂ ਦਾ ਆਉਣਾ ਸਫਲ ਹੋ ਗਿਆ। ਜਿਹੜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ। ਨਾਨਕ ਕੁਲ ਉਧਾਰ ਹੈ ਆਪਣਾ, ਦਰਗਹ ਪਾਵਹਿ ਮਾਣ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਉਹ ਆਪਣੀਆਂ ਕੁੱਲਾਂ ਉਧਾਰ ਲੈਂਦੇ ਹਨ ਔਰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ, ਨਿਰੰਕਾਰ ਦੇ ਘਰ ਵਿੱਚ ਸਤਿਕਾਰ ਪ੍ਰਾਪਤ ਕਰਦੇ ਹਨ। ਪੌੜੇ ਗੁਰਮੁਖ ਸਖਿਆ ਸਿੱਖ ਗੁਰੂ ਮਿਲਾਇਆ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਨੇ, ਗੁਰਮੁਖ ਸਖੀਆਂ ਸਿੱਖ। ਜਿਹੜੀਆਂ ਗੁਰਮੁਖ ਸਖੀਆਂ ਹਨ, ਗੁਰੂ ਕੇ ਸਿੱਖ ਹਨ, ਉਹਨਾਂ ਨੂੰ ਗੁਰੂ ਨੇ ਆਪ ਤਰਸ ਕਰਕੇ ਦਇਆ ਕਰਕੇ ਆਪਣੇ ਨਾਲ ਮਿਲਾ ਕੇ ਅਭੇਦ ਕੀਤਾ ਹੈ। ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰ ਲਾਇਆ। ਇੱਕ ਸੇਵਕਾਂ ਨੂੰ ਗੁਰੂ ਸਾਹਿਬ ਨੇ ਆਪਣੇ ਪਾਸ ਬਿਠਾਇਆ, ਇੱਕ ਨੂੰ ਸਤਿਗੁਰਾਂ ਨੇ ਬਾਹਰ ਸੇਵਾ ਵਿੱਚ ਲਾਇਆ ਹੋਇਆ। ਪ੍ਰਵਾਨ ਦੋਵੇਂ ਹੀ ਨੇ। ਇਹ ਨਹੀਂ ਕਿ ਆਪਾਂ ਇੱਥੇ ਸਤਿਗੁਰਾਂ ਦੇ ਪਾਸ ਬੈਠੇ ਆਂ ਤੇ ਵੱਧ ਪ੍ਰਵਾਨ ਹੋ ਗਏ ਆਂ, ਜਿਹੜੇ ਜੋੜੇ ਘਰਾਂ ਵਿੱਚ ਜਾਂ ਲੰਗਰ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹ ਦੂਰ ਹੋ ਗਏ ਨੇ, ਐਸਾ ਨਹੀਂ ਹੈ। ਜਿਹੜੇ ਉੱਥੇ ਲੱਗੇ ਨੇ ਉਹ ਵੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰੂ ਨੇ ਲਾਏ ਨੇ, ਜਿਹੜੇ ਇੱਥੇ ਕੋਲ ਬੈਠੇ ਕਥਾ ਸੁਣ ਰਹੇ ਨੇ ਉਹ ਵੀ ਗੁਰੂ ਨੇ ਲਾਏ ਨੇ। ਇੱਕ ਨੂੰ ਕਾਰਾਂ ਵਿੱਚ ਲਾਇਆ ਵੀ ਜਾਓ ਜਾ ਕੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਤੁਸੀਂ ਜਾ ਕੇ ਕਾਂਸ਼ੀ ਪ੍ਰਚਾਰ ਕਰੋ, ਗੁਰੂ ਰਾਮਦਾਸ ਸਾਹਿਬ ਜੀ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਤੁਸੀਂ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰੋ। ਦੋਵੇਂ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਨੇ ਨਾ। ਇਸ ਕਰਕੇ ਇੱਥੇ ਕਹਿ ਰਹੇ ਨੇ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ। ਇੱਕ ਨੂੰ ਗੁਰੂ ਸਾਹਿਬ ਨੇ ਆਪਣੇ ਪਾਸ ਬਿਠਾ ਲਿਆ, ਇੱਕ ਨੂੰ ਕਾਰਾਂ ਵਿੱਚ ਸੇਵਾਵਾਂ ਵਿੱਚ ਲਾਇਆ ਹੋਇਆ। ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦਿਵਾਈਆ। ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਮਨ ਕਰਕੇ ਚਿੱਤ ਕਰਕੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਭਾਉ ਆਪਣਾ ਪ੍ਰੇਮ ਬਖਸ਼ਿਆ ਹੈ। ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ। ਗੁਰੂ ਪਾਤਸ਼ਾਹ ਦਾ ਆਪਣੇ ਸਾਰੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ, ਜਿਹੋ ਜਿਹਾ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਨਾ, ਏਦਾਂ ਹੀ ਸਤਿਗੁਰੂ ਜੀ ਸਾਰੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਕਰਦੇ। ਭਾਵਨਾ ਕਿਹਦੀ ਕੈਸੀ ਹੈ, ਕਾਲੋ ਦੇ ਮੁਤਾਬਕ ਸਭ ਨੂੰ ਮਿਲਣਾ। ਗੁਰੂ ਸਾਹਿਬ ਜੀ ਦਾ ਕਿਰਪਾ ਦਾ ਮੀਂਹ ਸਾਰੇ ਪਾਸੇ ਇੱਕ ਬਰਾਬਰ ਵਰਤਦਾ। ਵੇਖਣਾ ਇਹ ਹੈ ਵੀ ਭਾਂਡਾ ਕਿਹਦਾ ਸਿੱਧਾ ਤੇ ਕਿਹਨੇ ਮੂਧਾ ਮਾਰਿਆ ਹੋਇਆ। ਮੀਂਹ ਤਾਂ ਇੱਕੋ ਜਿਹਾ ਹੀ ਵਰਸ ਰਿਹਾ। ਗੁਰੂ ਪਾਤਸ਼ਾਹ ਜੀ ਸਾਰਿਆਂ ਨਾਲ ਇੱਕੋ ਜਿਹਾ ਹੀ ਪਿਆਰ ਕਰਦੇ ਆ। ਭਾਵਨਾ ਜਿਹਦੀ ਕਿਤਨੀ ਹੈ, ਉਸ ਭਾਵਨਾ ਮੁਤਾਬਕ ਉਹਨੇ ਉਤਨਾ ਹੀ ਫਲ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕਰ ਲੈਣਾ। ਸਤਿਗੁਰੂ ਜੀ ਦੀ ਦ੍ਰਿਸ਼ਟੀ 'ਚ ਕੋਈ ਫਰਕ ਨਹੀਂ। ਮਹਾਰਾਜ ਜੀ ਸਭ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦੇ ਹਨ। ਗੁਰ ਸਤਿਗੁਰ ਬੋਲੋ ਸਭ ਗੁਰ ਆਖ
ਗੁਰੂ ਜੀਵਾਈਆ। ਚੌਥੇ ਪਾਤਸ਼ਾਹ ਫਰਮਾਉਂਦੇ, ਹੈ ਭਾਈ ਸਤਿਗੁਰਾਂ ਦਾ ਜਾਪ ਜਪੋ, ਸਤਿਗੁਰਾਂ ਦਾ ਨਾਮ ਅਰਾਧੋ, ਸਭ ਆਖੋ ਵਾਹਿਗੁਰੂ ਵਾਹਿਗੁਰੂ। ਜਿਵੇਂ ਜਿਵੇਂ ਤੁਸੀਂ ਗੁਰੂ ਕਾ ਨਾਮ ਜਪੋਗੇ, ਗੁਰੂ ਪਾਤਸ਼ਾਹ ਜੀ ਤੁਹਾਨੂੰ ਜੀਵਨ ਦਾਨ ਬਖਸ਼ਣਗੇ, ਜੀਵਨ ਦੀ ਅਸਲ ਖੇਡ ਸਮਝਾਉਣਗੇ। ਗੁਰਿਆਖ ਗੁਰੂ ਜੀਵਾਈਆ। ਗੁਰੂ ਦਾ ਜਾਪ ਜਪ ਕੇ ਕਹਿੰਦੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਜੀਵਨ ਦਾਨ ਬਖਸ਼ਿਸ਼ ਕਰਦੇ ਹਨ।